ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਤਿਲੰਗ ਰਾਗ ਦੇ ਵਿੱਚ ਮਹੱਲੇ ਚੌਥੇ ਦੀ ਬਾਣੀ। ਕੱਲ ਆਪਾਂ ਇੱਕ ਸ਼ਬਦ ਵਿਚਾਰਿਆ ਸੀ ਮਹੱਲੇ ਚੌਥੇ ਦਾ। ਆਓ ਇੱਕ ਸ਼ਬਦ ਹੋਰ ਹੈ, ਆਓ ਵਿਚਾਰਦੇ ਹਾਂ। ਤਿਲੰਗ ਮਹੱਲਾ ਚੌਥਾ, ਤਿਲੰਗ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਐਸਾ ਬਾਜੀ ਸਹਿਸਾਰ ਨਾ ਚੇਤੈ ਹਰ ਨਾਮਾ, ਖਿਨ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ। ਇਹ ਜਿਹੜਾ ਸੰਸਾਰ ਹੈ, ਇਸ ਨੂੰ ਇੱਕ ਬਾਜੀ ਕਿਹਾ, ਇੱਕ ਖੇਲ ਕਿਹਾ ਹੈ। ਜਿਵੇਂ ਖੇਲ ਦੇ ਵਿੱਚ ਜਿੱਤਣਾ ਹੁੰਦਾ ਹੈ, ਬਾਜੀ ਦੇ ਵਿੱਚ ਜਿੱਤਣਾ ਹੁੰਦਾ ਹੈ, ਇੱਦਾਂ ਹੀ ਸਾਨੂੰ ਸਮਝਾਉਂਦੇ ਨੇ ਕਿ ਇੱਕ ਸੰਸਾਰ ਦੇ ਵਿੱਚ ਇਹ ਮਨੁੱਖਾ ਦੇਹੀ ਜਿਹੜੀ ਸਾਨੂੰ ਮਿਲੀ ਹੈ, ਇੱਕ ਬਾਜੀ ਹੈ, ਇੱਕ ਮੌਕਾ ਮਿਲਿਆ ਹੈ, ਇੱਕ ਬਾਰੀ ਮਿਲੀ ਹੈ। ਪਰ ਇੱਥੇ ਸੰਸਾਰ ਦੇ ਵਿੱਚ ਆ ਕੇ ਹਰੀ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਕਿਉਂਕਿ ਮਿਲਿਆ ਹੈ ਮੌਕਾ, ਇਹ ਬਾਰੀ ਮਿਲੀ ਹੈ ਹਰੀ ਦੇ ਨਾਮ ਨੂੰ ਚੇਤਨ ਦੇ ਵਾਸਤੇ। ਇਹ ਸੰਸਾਰ ਨਾਲ ਝੂਠ ਨਾਲ ਜੁੜ ਗਏ ਤੇ ਨਾਮ ਨੂੰ ਭੁੱਲ ਜਾਂਦਾ ਹੈ ਜੀਵ, ਉਸ ਨੂੰ ਚੇਤੇ ਨਹੀਂ ਕਰਦਾ, ਇਹ ਤਮਾਸ਼ੇ ਨਾਲ ਜੁੜ ਜਾਂਦਾ। ਖਿਨ ਮੈਂ ਬਿਨਸੈ ਸਭ ਝੂਠ, ਇਹ ਜਿਹੜਾ ਆਪਾਂ ਇੱਕ ਖਿਨ 'ਚ ਵਿਨਸ ਜਾਂਦਾ ਹੈ। ਕਿਵੇਂ ਵਿਨਸਦਾ ਹੈ? ਜਦੋਂ ਸਾਡੀ ਦੇਹ ਵਿਨਸ ਜਾਂਦੀ ਹੈ, ਅਸੀਂ ਸਭ ਕੁਛ ਛੱਡ ਜਾਂਦੇ ਹਾਂ। ਇਸ ਕਰਕੇ ਸਮਝਾਇਆ ਹੈ, ਖਿਨ ਮੈਂ ਬਿਨਸੈ ਸਭ ਝੂਠ, ਸਭ ਕੁਛ ਝੂਠ ਹੈ, ਖਿਨ 'ਚ ਬਿਨਸਣ ਹਾਰ ਹੈ। ਮੇਰੇ ਮਨ ਧਿਆਏ ਰਾਮ, ਹੇ ਮੇਰੇ ਮਨ, ਇਸ ਸੰਸਾਰ ਦੇ ਵਿੱਚ ਤੂੰ ਨਾਮ ਨੂੰ ਧਿਆ। ਨਾਮ ਨੂੰ ਕਿਉਂ ਨਹੀਂ ਚੇਤੇ ਕਰਦਾ? ਕਿਉਂ ਇਸ ਤਮਾਸ਼ੇ ਨਾਲ ਜੁੜਿਆ ਹੈ, ਕਿਉਂ ਇਸ ਝੂਠ ਨਾਲ ਜੁੜਿਆ ਹੈ? ਨਾਮ ਨੂੰ ਧਿਆ, ਕਿਉਂਕਿ ਸਭ ਇੱਕ ਖਿਨ ਦੇ ਵਿੱਚ ਹੀ ਬਿਨਸ ਜਾਣਾ ਹੈ। ਇਹ ਰਹੋ ਪੰਕਤੀਆਂ ਨੇ। ਨਿਤ ਨਿਹਫਲ ਕਰਮ ਕਮਾਏ ਬਫਾਵੈ ਦੁਰਮਤੀਆ, ਕਿ ਹਰ ਰੋਜ਼ ਦੁਰਮਤ ਪੰਜਾਂ ਦਾ ਸੰਗੀ ਹੋ ਕੇ, ਇਹ ਦੁਰਮਤ ਕੌਣ ਦਿੰਦਾ ਹੈ? ਜਿਹੜੇ ਸਾਡੇ ਅੰਦਰ ਭੱਜ ਬੈਠੇ ਨੇ, ਉਹਨਾਂ ਦਾ ਸੰਗੀ ਹੋ ਕੇ ਤੇ ਨਿਤ ਹੀ ਨੇਫਲ ਕਰਮ ਕਰਦਾ ਹੈ। ਉਹ ਕਮਾਉਂਦਾ ਹੈ ਜਿਹੜਾ ਇਸ ਦੇ ਕੰਮ ਨਹੀਂ ਆਉਣਾ, ਜਿਸ ਦੀ ਇਸ ਨੂੰ ਸਜ਼ਾ ਮਿਲਣੀ ਹੈ। ਜਬ ਆਣੇ ਬਲਵੰਚ ਕਰ ਝੂਠ, ਤਬ ਜਾਣੇ ਜਗ ਜਿੱਤਿਆ। ਕੀ ਕਰਦਾ ਹੈ? ਇਹਨਾਂ ਪੰਜਾਂ ਦਾ ਸੰਗ ਹੋ ਕੇ ਕਿਸੇ ਦੇ ਨਾਲ ਕੁਛ ਠੱਗੀ ਮਾਰ ਕੇ ਕਮਾ ਕੇ ਲਿਆਉਂਦਾ ਹੈ। ਕਿਸੇ ਨੂੰ ਧੱਕੇ ਨਾਲ, ਜ਼ੋਰ ਨਾਲ ਕਿਸੇ ਤੋਂ ਖੋ ਕੇ ਲਿਆਉਂਦਾ ਹੈ, ਡਰਾ ਕੇ ਲਿਆਉਂਦਾ ਹੈ, ਤੇ ਫਿਰ ਆਪਣੇ ਆਪ ਨੂੰ ਇਹ ਬੜਾ ਸੂਰਮਾ ਮੰਨਦਾ ਹੈ ਕਿ ਮੈਂ ਤਾਂ ਸਾਰੇ ਜੱਗ ਨੂੰ ਜਿੱਤਿਆ ਹੈ, ਦੁਨੀਆ ਨੂੰ ਜਿੱਤ ਲਿਆ ਹੈ, ਕਿਉਂਕਿ ਮੈਂ ਕਿਸੇ ਤੋਂ ਵੀ, ਕਿਸੇ ਨਾਲ ਵੀ ਪ੍ਰੇਮ ਕਰਕੇ ਕੁਛ ਲੈ ਸਕਦਾ ਹਾਂ, ਕਿਸੇ ਕੋ ਡਰਾ ਕੇ ਧਮਕਾ ਕੇ। ਐਸੇ ਕੰਮ ਪੰਜਾਂ ਦਾ ਸੰਗ ਕਰਕੇ, ਕਿਉਂਕਿ ਮਨ ਪੰਜਾਂ ਦਾ ਸੰਗੀ ਹੋ ਜਾਂਦਾ ਹੈ, ਜਿਸ ਦੀ ਸਜ਼ਾ ਮਨ ਨੂੰ ਫਿਰ ਮਿਲਣੀ ਹੈ, ਕਿਉਂਕਿ ਮਨ ਨੇ ਪੰਜਾਂ ਨੂੰ ਆਪਣੇ ਬਸ ਵਿੱਚ ਕਰਨਾ ਸੀ, ਲੇਕਿਨ ਇਹਨਾਂ ਦਾ ਸੰਗੀ ਹੋ ਜਾਂਦਾ ਹੈ। ਸਾ ਵੇਲਾ ਚਿਤ ਨ ਆਵੈ, ਜਿਤ ਆਏ ਕੰਟਕ ਕਾਲ ਗਰਸੈ। ਕਹਿੰਦੇ ਉਸ ਵੇਲੇ ਦਾ ਕੋਈ ਪਤਾ ਨਹੀਂ ਲੱਗਣਾ, ਕਿਉਂਕਿ ਉਹ ਸਾਨੂੰ ਨਹੀਂ ਪਤਾ ਕਿਸੇ ਵੀ ਜੀਵ ਨੂੰ ਕਦੋਂ ਆ ਕੇ ਕਾਲ ਨੇ
ਜਮਾ ਨੇ, ਮੌਤ ਨੇ ਤੈਨੂੰ ਆਪਣੀ ਗ੍ਰਸਤ ਵਿੱਚ ਲੈ ਲੈਣਾ ਹੈ। ਕਦੋਂ ਜਮਾ ਨੇ ਪਕੜ ਕੇ ਲੈ ਜਾਣਾ ਹੈ, ਕਿਸੇ ਨੂੰ ਪਤਾ ਨਹੀਂ ਲੱਗਣਾ, ਚਿਤ ਚੇਤੇ ਵੀ ਨਹੀਂ ਹੁੰਦਾ ਜੀਵ ਦੇ, ਜਦੋਂ ਇਸ ਘਟਨਾ ਵਾਪਰ ਜਾਂਦੀ ਹੈ। ਜਿਵੇਂ ਬਾਬਾ ਫਰੀਦ ਜੀ ਸਮਝਾਉਂਦੇ ਨੇ, ਫਰੀਦਾ ਦਰਿਆਵੇ ਕੰਨੀ ਵਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ, ਜੋ ਗੱਲ ਚਿੱਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆ। ਜੋ ਚਿੱਤ ਚੇਤੇ ਵੀ ਨਹੀਂ ਹੁੰਦਾ ਉਹ ਹੋ ਜਾਂਦਾ ਹੈ। ਨਰ ਚਾਹਤ ਕਛ ਔਰੇ ਕੀ ਔਰੇ ਪਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਨਰ ਕੁਛ ਹੋਰ ਸੋਚਦਾ ਹੁੰਦਾ ਹੈ, ਹੋ ਕੁਛ ਹੋਰ ਜਾਂਦਾ ਹੈ। ਮਨ ਚ ਹਾਲੇ ਕੋਈ ਠੱਗੀਆਂ ਮਾਰਨ ਨੂੰ ਸੋਚਦਾ ਹੈ ਤੇ ਗਲ ਮੌਤ ਆ ਕੇ ਉਸਦੇ ਗਲ ਦੇ ਵਿੱਚ ਆਪਣੀ ਫਾਹੀ ਪਾ ਲੈਂਦੀ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਤੈਨੂੰ ਪਤਾ ਨਹੀਂ ਲੱਗਣਾ ਭਾਈ, ਇਹ ਝੂਠ ਦੇ ਨਾਲ ਜੁੜਿਆ, ਕਦੋਂ ਤੈਨੂੰ ਆ ਕੇ ਕਾਲ ਨੇ, ਮੌਤ ਨੇ ਆਪਣੀ ਗ੍ਰਸਤ ਵਿੱਚ ਲੈ ਲੈਣਾ ਹੈ। ਤਿਸ ਨਾਨਕ ਲੈ ਛਡਾਏ, ਜਿਸ ਕਿਰਪਾ ਕਰ ਹਿਰਦੈ ਵਸੈ। ਹਾਂ, ਇਹ ਕਾਲ ਤੋਂ, ਇਸ ਪੰਜਾਂ ਤੋਂ, ਜਮਾਂ ਤੋਂ ਉਸ ਨੂੰ ਪਰਮੇਸ਼ਰ ਛਡਾ ਲੈਂਦਾ ਹੈ, ਜਿਹਦੇ ਹਿਰਦੇ 'ਚ ਵਸਦਾ ਹੈ। ਜਿਹੜੇ ਉਸ ਨੂੰ ਧਿਆਉਂਦੇ ਨੇ ਨਾਮ ਨੂੰ, ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ, ਕਿਉਂਕਿ ਧਿਆਉਣ ਦੇ ਨਾਲ, ਬੋਲਣ ਦੇ ਨਾਲ ਹਿਰਦੇ 'ਚ ਨਹੀਂ ਵਸਦਾ, ਧਿਆਉਣ ਦੇ ਨਾਲ ਵਸਦਾ ਹੈ। ਇਸ ਕਰਕੇ ਹਰੀ ਨੂੰ, ਰਾਮ ਨੂੰ, ਨਾਮ ਨੂੰ ਧਿਆਉਣਾ ਹੈ। ਜਦੋਂ ਸਾਡੇ ਹਿਰਦੇ 'ਚ ਵਸ ਜਾਏਗਾ, ਪ੍ਰਗਟ ਹੋ ਜਾਏਗਾ, ਫਿਰ ਸਾਨੂੰ ਮੌਤ ਦਾ ਡਰ ਨਹੀਂ ਰਹੇਗਾ, ਕਿਉਂਕਿ ਫਿਰ ਸਾਨੂੰ ਜਮਾਂ ਦਾ ਡਰ ਨਹੀਂ ਰਹੇਗਾ। ਜਾਣਾ ਪਏਗਾ, ਲੇਕਿਨ ਅਸੀਂ ਕਿੱਥੇ ਜਾਵਾਂਗੇ? ਆਪਣੇ ਘਰ ਦੇ ਵਿੱਚ, ਜਿੱਥੇ ਅਸੀਂ ਸਦੀਵੀ ਵਸ ਸਕਦੇ ਹਾਂ, ਜਿਸ ਨੂੰ ਆਪਾਂ ਸੱਚਖੰਡ ਕਹਿੰਦੇ ਹਾਂ। ਫਿਰ ਉੱਥੇ ਵਾਸਾ ਹੋਏਗਾ। ਸਾਡਾ ਘਰ ਜਿਹੜਾ ਹੈ ਸੁਨ ਮੰਡਲ ਦੇ ਵਿੱਚ ਜਾਵਾਂਗੇ। ਜੇ ਆਪਾਂ ਨਹੀਂ ਕਰਦੇ, ਠੱਗੀਆਂ ਹੀ ਮਾਰਦੇ ਹਾਂ, ਪਤਾ ਨਹੀਂ ਕਦੋਂ ਕਿਸੇ ਨੂੰ ਆ ਕੇ ਪਕੜ ਲੈਣਾ ਜਮਾ ਨੇ ਤੇ ਲੈ ਜਾਣਾ ਹੈ, ਤੇ ਫਿਰ 84 ਲੱਖ ਜੂਨਾਂ ਦੇ ਨਰਕ ਭੋਗਣੇ ਪੈਂਦੇ ਹਨ। ਅਗਲਾ ਜਿਹੜਾ ਸ਼ਬਦ ਹੈ, ਤਿਲੰਗ ਮਹਲਾ ਪੰਜਵਾਂ, ਕਰ ਪਹਿਲਾ। ਤਿਲੰਗ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ, ਕਰ ਪਹਿਲਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਪਰਮੇਸ਼ਰ ਨਿਰੰਕਾਰ ਦਾ ਜੋ ਗਿਆਨ ਹੈ, ਰਹੋ ਪੰਕਤੀਆਂ ਨੇ ਸ਼ਬਦੀਆਂ। ਬੰਦੇ ਚਸ਼ਮ ਦੀਦੰ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਹੁਣ ਸਮਝਾਉਂਦੇ ਨੇ ਕਿ ਬੰਦਾ ਜਿਹੜਾ ਚੀਜ਼ ਅੱਖਾਂ ਦੇ ਨਾਲ ਦੇਖਦਾ ਹੈ, ਇਹ ਸਾਰਾ ਕੁਛ ਹੀ ਨਾਸਵਾਨ ਹੈ। ਜੋ ਇਹਨਾਂ ਅੱਖਾਂ ਦੇ ਨਾਲ ਦੇਖਦਾ ਹੈ, ਜੋ ਦ੍ਰਿਸ਼ਟਮਾਨ ਹੈ, ਜੋ ਦੀਸੈ ਸੋ ਸਗਲ ਵਿਨਾਸੈ, ਜਿਉਂ ਬਾਦਰ ਕੀ ਛਾਈ। ਮੈਨੂੰ ਪਾਸ ਸਮਝਾਉਂਦੇ ਨੇ ਵੀ ਜੋ ਦਿਸਦਾ ਹੈ ਇਹ ਸਭ ਨਾਸਵਾਨ ਹੈ, ਬਿਨਸਨਹਾਰ ਹੈ। ਕਿਵੇਂ ਵਿੰਸ ਜਾਂਦਾ? ਜਿਵੇਂ ਬੱਦਲ ਦੀ ਛਾਂ ਹੈ। ਇੱਥੇ ਵੀ ਸਮਝਾਉਂਦੇ ਨੇ, ਬੰਦੇ ਚਸ਼ਮ ਦੀਦੰ ਫਨਾਏ, ਵੀ ਜੋ ਤੂੰ ਇਹ ਦੇਖ ਰਿਹਾ ਹੈ ਅੱਖਾਂ ਦੇ ਨਾਲ, ਇਹ ਸਭ ਨਾਸਵਾਨ ਹੈ, ਨਾਸ ਹੋਣ ਵਾਲਾ ਹੈ। ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਪਰ ਕਹਿੰਦੇ ਹੁਣ ਗਾਫਲ ਹੋ ਕੇ ਮਨ ਇਸ ਸੰਸਾਰ ਦੇ ਵਿੱਚ ਹੱਕ ਮਾਰਦਾ ਲੋਕਾਂ ਦੇ। ਮੁਰਦਾਰ ਖਾਣਾ ਕੀ ਹੈ? ਹੱਕ ਮਾਰਨਾ, ਝੂਠ ਬੋਲਣਾ, ਇਹ ਸਾਰਾ ਹੀ ਮੁਰਦਾਰ ਨੂੰ ਖਾਣਾ ਹੈ। ਹਰਾਮ ਦਾ ਖਾਣਾ ਵੀ ਕਹਿ ਦਿੱਤਾ। ਮੁਰਦਾਰ ਖਾਣਾ ਹੈ ਕੂੜ ਬੋਲਣਾ। ਇਹਨੂੰ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ।
ਆਪ ਜਾਣਿਆ ਨਹੀਂ, ਝੂਠ ਬੋਲ ਕੇ ਦੂਜਿਆਂ ਨੂੰ ਸਮਝਾਉਣਾ ਇਹ ਵੀ ਮੁਰਦਾਰ ਖਾਣਾ ਹੈ, ਤੇ ਕਿਸੇ ਦਾ ਹੱਕ ਖਾਣਾ ਵੀ ਮੁਰਦਾਰ ਖਾਣਾ ਹੈ। ਹਰਾਮ ਦਾ ਖਾਣਾ ਮੁਰਦਾਰ ਖਾਣਾ ਹੈ। ਪਰ ਦੁਨੀਆ ਦੇ ਵਿੱਚ ਮਤਲਬ ਕਹਿੰਦੇ ਮਨ ਏਦਾਂ ਲਾਲਚ ਵਿੱਚ ਫਸ ਕੇ ਗਾਫਲ ਹੋ ਕੇ ਇਹ ਖਾ ਰਿਹਾ ਹੈ, ਕਰ ਰਿਹਾ ਹੈ। ਨਾਲੇ ਪਤਾ ਕਿ ਸਭ ਨਾਸਵਾਨ ਹੈ, ਸਭ ਛੱਡ ਕੇ ਜਾਣਾ ਹੈ, ਫਿਰ ਵੀ ਕਰਦਾ ਹੈ ਜੀਵ, ਫਿਰ ਵੀ ਲੋਕਾਂ ਦੇ ਹੱਕ ਮਾਰਦਾ, ਝੂਠ ਬੋਲ ਕੇ ਖਾਂਦਾ ਹੈ। ਇਹ ਰਹੋ ਪੰਕਤੀਆਂ ਨੇ। ਖਾਕ ਨੂਰ ਕਰਦੰਗ ਆਲਮ ਦੁਨੀਆਏ, ਵੀ ਇਹ ਜਿਹੜਾ ਸੰਸਾਰ ਹੈ ਇਹ ਪਰਮੇਸ਼ਰ ਦੇ ਨੂਰ ਤੋਂ ਪੈਦਾ ਹੋਇਆ ਹੈ। ਇਹ ਜੋਤ ਤੇ ਸਾਡੇ ਇਸ ਮਿੱਟੀ ਤੱਤ ਦਾ ਖੇਡ ਹੈ, ਪੰਜ ਤੱਤਾਂ ਦੀ ਖੇਡ ਹੈ, ਜਿੱਥੋਂ ਇਹ ਸੰਸਾਰ ਸਾਰਾ ਪੈਦਾ ਹੋਇਆ ਹੈ। ਪੌਣ, ਪਾਣੀ, ਅਗਨ, ਮਿੱਟੀ ਤੱਤ ਤੇ ਆਕਾਸ਼ ਤੱਤ। ਇਹ ਸਰੀਰ ਹੈ ਜਿਹੜਾ, ਇਹ ਮਿੱਟੀ ਹੈ, ਇਸ ਦੇ ਵਿੱਚ ਪੌਣ, ਪਾਣੀ, ਅਗਨ ਹੈ, ਤੇ ਇਸ ਦੇ ਵਿੱਚ ਜੋਤ ਹੈ। ਏਦਾਂ ਇਹ ਸਾਰੀ ਦੁਨੀਆ ਪਰਮੇਸ਼ਰ ਨੇ ਆਪ ਪੈਦਾ ਕੀਤੀ ਹੈ। ਸੱਚ ਤੋਂ ਪੈਦਾ ਹੋਈ ਹੈ, ਸੱਚ ਤੋਂ ਨਾਮ ਪੈਦਾ ਹੋਇਆ, ਸੱਚ ਤੋਂ ਪੌਣ ਪੈਦਾ ਹੋਈ, ਪੌਣ ਦੇ ਵਿੱਚ ਪਾਣੀ, ਪਾਣੀ ਦੇ ਵਿੱਚ ਅਗਨ। ਅਗਨ ਦੋ ਤਰ੍ਹਾਂ ਦੀ ਅਗਨ ਹੈ। ਇੱਕ ਅਗਨ ਹੈ ਜਿਹੜੀ ਆਪਾਂ ਬਾਹਰ ਅਗਨ ਹੈ, ਜਿਸ ਨੂੰ ਆਪਾਂ ਅਗਨ ਪ੍ਰਗਟ ਕਰਕੇ ਕੁਛ ਭੋਜਨ ਤਿਆਰ ਕਰਨ ਵਾਸਤੇ ਜਿਸ ਦੀ ਵਰਤੋਂ ਕਰਦੇ ਹਾਂ, ਜਾਂ ਕੁਛ ਸਾੜਨਾ ਹੋਵੇ, ਜਿਹੜੀ ਚੀਜ਼ ਸਾੜ ਕੇ ਸੁਆਹ ਕਰ ਦਿੰਦੀ ਹੈ, ਉਹ ਅਗਨ ਹੈ। ਉਹ ਅਗਨ ਜਿਹੜੀ ਹੈ, ਜਿਹੜੀ ਗੁਰਬਾਣੀ 'ਚ ਅਗਨ ਦੀ ਗੱਲ ਕੀਤੀ, ਜਿਹੜੀ ਪਾਣੀ ਦੇ ਵਿੱਚ ਅਗਨ ਹੈ, ਉਹ ਅਗਨ ਉਹ ਹੈ ਜਿਸ ਅਗਨ ਦੁਆਰਾ ਸੰਸਾਰ ਦੀ ਉਤਪਤੀ ਹੁੰਦੀ ਹੈ। ਇਸ ਅਗਨ ਦੀ ਗੱਲ ਨਹੀਂ ਕੀਤੀ ਜਿਹੜੀ ਅਗਨ ਆਪਾਂ ਬਾਲਦੇ ਹਾਂ, ਜਿਸ ਦੁਆਰਾ ਸਾੜਦੇ ਹਾਂ, ਉਹ ਅਗਨ ਹੈ ਜਿਹੜੀ ਪਾਣੀ ਦੇ ਵਿੱਚ ਅਗਨ ਹੈ। ਜਿਵੇਂ ਆਪਾਂ ਦੇਖਦੇ ਹਾਂ, ਆਪਾਂ ਜਦੋਂ ਫਸਲ ਬੀਜਦੇ ਹਾਂ, ਖੇਤ ਨੂੰ ਪਹਿਲਾਂ ਗਿੱਲਾ ਕਰਦੇ ਹਾਂ, ਕਿਉਂਕਿ ਖੇਤ ਗਿੱਲੇ 'ਚ ਪਾਣੀ ਹੁੰਦਾ ਹੈ, ਪਾਣੀ ਦੇ ਵਿੱਚ ਅਗਨ ਹੈ। ਫਿਰ ਆਪਾਂ ਪਾਣੀ ਦੇ ਵਿੱਚ ਵੀ ਆਪਾਂ ਦਾਣੇ ਪਾ ਦਈਏ ਤੋ ਜੰਮੇ ਆਉਂਦੇ ਨੇ, ਸੁੱਕਾ ਦਾਣਾ ਜੰਮਦਾ ਨਹੀਂ। ਏਦਾਂ ਹੀ ਗਿੱਲੀ ਧਰਤੀ ਦੇ ਵਿੱਚ ਆਪਾਂ ਦਾਣਾ ਪਾ ਦਿੰਦੇ, ਉਗ ਆਉਂਦਾ ਹੈ। ਸੁੱਕੀ ਧਰਤੀ 'ਚ ਦਾਣੇ ਬੀਜ ਦੇਵਾਂਗੇ, ਉਗਦੇ ਨਹੀਂ, ਕਿਉਂਕਿ ਪਾਣੀ ਨਹੀਂ। ਪਾਣੀ ਦੇ ਵਿੱਚ ਅਗਨ ਹੈ, ਦਾਣੇ ਨੇ ਪਕਣਾ ਹੈ, ਪਕਣ ਤੋਂ ਬਾਅਦ ਉਸਨੇ ਜੰਮਣਾ ਹੈ। ਏਦਾਂ ਉਹ ਪਾਣੀ ਦੇ ਵਿੱਚ ਅਗਨ ਹੈ ਜਿਹਦੇ ਦੁਆਰਾ ਸ੍ਰਿਸ਼ਟੀ ਪੈਦਾ ਹੁੰਦੀ ਹੈ। ਇਹ ਸਾਰਾ ਉਸ ਪਰਮੇਸ਼ਰ ਨੇ ਪੈਦਾ ਕੀਤਾ ਹੋਇਆ ਹੈ। ਆਸਮਾਨ, ਜਿਮੀ, ਦਰਖਤ, ਆਬ, ਪਦਾਇਸ਼, ਖੁਦਾਈ, ਵੀ ਇਹ ਸਾਰਾ ਹੀ ਜ਼ਮੀਨ ਹੈ, ਅਸਮਾਨ ਹੈ, ਇਹ ਪਾਣੀ ਹੈ, ਦਰਖਤ ਹੈ, ਜੋ ਵੀ ਹੈ ਆਪਾਂ ਦੇਖਦੇ ਹਾਂ, ਸਾਰਾ ਕੁਛ ਹੀ ਉਸ ਪਰਮੇਸ਼ਰ ਤੋਂ ਪੈਦਾ ਹੋਇਆ ਹੈ, ਉਸ ਕਰਤੇ ਤੋਂ ਪੈਦਾ ਹੋਇਆ ਹੈ, ਉਸ ਵੱਲੋਂ ਰਚੀ ਹੋਈ ਸ੍ਰਿਸ਼ਟੀ ਹੈ। ਪਰ ਹੈ ਇਹ ਸਾਰੀ ਨਾਸਵਾਨ। ਗੈਵਾਨ, ਹੈਵਾਨ, ਹਰਾਮ, ਕੁਸ਼ਤਨੀ, ਮੁਰਦਾਰ, ਬਖੋਰਾਏ, ਕਿ ਜਿਹੜਾ ਮਨ ਹੈ ਸਾਡਾ, ਇਹ ਪੰਜਾਂ ਦਾ ਜਦੋਂ ਸੰਗੀ ਹੋ ਜਾਂਦਾ ਹੈ, ਫਿਰ ਜਿਹੜਾ ਇਹ ਗੈਬ ਹੁੰਦਾ, ਗੈਬਾਨ ਕਹਿ ਦਿੰਦੇ ਹਾਂ, ਜੋ ਗੁਪਤ ਹੈ। ਜਿਵੇਂ ਮਨ ਦਾ ਗਿਆਨ ਨਹੀਂ, ਬਾਹਰੀ ਗਿਆਨ ਹੈ, ਪਰ ਜਿਨ੍ਹਾਂ ਦਾ ਖੇਲ ਚੱਲਦਾ ਹੈ ਉਹਨਾਂ ਦਾ ਆਪਾਂ ਨੂੰ ਗਿਆਨ ਨਹੀਂ ਹੈ। ਉਹ ਪੰਜ ਜਿਹੜੇ ਅੰਦਰ ਵਸਦੇ ਨੇ, ਉਹ ਵੀ ਹੈਵਾਨ ਨੇ। ਹਰਾਮ, ਕੁਸ਼ਤਨੀ, ਮੁਰਦਾਰ, ਬਖੋਰਾਏ, ਵੀ ਇਹ ਮੁਰਦਾਰ ਖਾਂਦਾ ਹੈ, ਕਿਉਂਕਿ ਪੰਜਾਂ ਦਾ ਸੰਗੀ ਹੋ ਗਿਆ, ਹੈਵਾਨ ਦਾ ਸੰਗੀ ਹੋਣ ਕਰਕੇ ਇਹ ਹਲਾਲ ਨਹੀਂ ਖਾਂਦਾ। ਹਲਾਲ ਹੁੰਦਾ ਹੈ ਆਪਣੀ ਕਮਾਈ ਕਰਕੇ ਖਾਣਾ, ਹਰਾਮ ਹੁੰਦਾ ਹੈ ਕਿਸੇ ਦੇ ਹੱਕ ਮਾਰ ਕੇ ਖਾਣਾ, ਕਿਸੇ ਦਾ ਚੁਰਾ ਕੇ ਖਾਣਾ।
ਕਹਿੰਦੇ ਏਦਾਂ ਜੀਵ ਹੋ ਗਿਆ ਹੈ ਕਿ ਮੁਰਦਾਰ ਖਾਂਦਾ ਹੈ, ਇਹਨਾਂ ਦਾ ਸੰਗੀ ਹੋ ਗਿਆ ਹੈ ਪੰਜਾਂ ਦਾ। ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ। ਏਦਾਂ ਕਹਿੰਦੇ ਮਾਇਆ ਨੇ ਦੀ ਗ੍ਰਸਤ ਦੇ ਵਿੱਚ ਹੈ, ਇਸ ਪੰਜਾਂ ਦੀ ਗ੍ਰਸਤ ਦੇ ਵਿੱਚ ਹੋਣ ਕਰਕੇ ਫਿਰ ਪਰਮੇਸ਼ਰ ਇਸ ਨੂੰ ਸਜ਼ਾ ਦਿੰਦਾ ਹੈ। ਸਾਡੇ ਮਨ ਨੂੰ ਸਜ਼ਾ ਕਿਹੜੀ ਦਿੰਦਾ ਹੈ? ਦੋਜਕ। ਦੋਜਕ ਕਹਿੰਦੇ ਨੇ ਨਰਕ ਨੂੰ। ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ। ਕਾਦਰ ਕਹਿੰਦੇ ਪਰਮੇਸ਼ਰ ਨੂੰ, ਦੋਜਕ ਕਹਿੰਦੇ ਨਰਕ ਨੂੰ। ਵੀ ਸਜ਼ਾ ਕਿਹੜੀ ਦਿੰਦਾ? ਫਿਰ ਸਾਨੂੰ ਨਰਕਾਂ ਦੇ ਵਿੱਚ ਸਿੱਟ ਦਿੰਦਾ ਹੈ, ਕਿਉਂਕਿ ਅਸੀਂ ਇਹ ਪੰਜਾਂ ਦਾ ਸੰਗ ਕਰਕੇ ਮਨ ਜਿਹੜਾ ਲੋਕਾਂ ਦਾ ਹੱਕ ਮਾਰਦਾ ਹੈ, ਹਰਾਮ ਦਾ ਖਾਂਦਾ ਹੈ, ਹਲਾਲ ਦਾ ਨਹੀਂ ਖਾਂਦਾ। ਬਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ। ਤੇ ਸਮਝਾਉਂਦੇ ਨੇ ਵੀ ਇਹ ਜੋ ਸੰਸਾਰ ਨੂੰ ਦੇਖਦਾ ਹੈ, ਘਰ-ਬਾਰ ਜੋ ਸਾਰਾ ਕੁਛ ਹੈ, ਉਸ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਉਹ ਪਰਮੇਸ਼ਰ ਸਾਨੂੰ ਦੇਣ ਵਾਲਾ ਹੈ ਸਾਰਾ ਕੁਛ ਹੀ, ਪਰ ਇਹ ਉਸ ਨੂੰ ਨਹੀਂ ਜਾਣਦਾ ਜਿਸ ਦਾ ਦਿੱਤਾ ਹੋਇਆ ਹੈ। ਇਹ ਆਪਣਾ ਹੀ ਸਮਝ ਲੈਂਦਾ ਹੈ। ਜਿਸ ਨੇ ਸਾਨੂੰ ਦਿੱਤਾ, ਜਿਵੇਂ ਨੌਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਧਨ ਧਨ ਜੇ ਤੋ ਕੋ ਦਿਓ ਤਾਸਿਓ ਨਿਓ ਨਾ ਕੀਨ। ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਤਨ ਤਨ ਸੰਪੇ ਸੁਖ ਦੀਏ ਅਰਜੇ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ। ਦੇਣ ਵਾਲਾ ਕੌਣ ਹੈ? ਪਰਮੇਸ਼ਰ। ਧਨ ਦਿੱਤਾ, ਧਨ ਦਿੱਤਾ, ਸੰਪਤੀ ਦਿੱਤੀ, ਸੁਖ ਦਿੱਤੇ, ਘਰ-ਬਾਰ ਦਿੱਤਾ, ਸਭ ਕੁਛ ਦਿੰਦਾ ਹੈ, ਪਰ ਅਸੀਂ ਉਸ ਨੂੰ ਸਿਮਰਦੇ ਨਹੀਂ ਹਾਂ। ਇਸ ਕਰਕੇ ਅਸੀਂ ਉਸ ਪਰਮੇਸ਼ਰ ਨੂੰ, ਜੋ ਸਾਨੂੰ ਪਾਲਣਹਾਰ ਹੈ, ਉਸ ਦੇ ਨਾਲ ਅਸੀਂ ਪ੍ਰੇਮ ਨਹੀਂ ਕਰਦੇ, ਉਸ ਦੀ ਭਗਤੀ ਨਹੀਂ ਕਰਦੇ, ਕਿਉਂਕਿ ਅਸੀਂ ਮਾਇਆ ਦੇ ਵਿੱਚ ਫਸੇ ਹੋਣ ਕਰਕੇ ਹੱਕ ਮਾਰਦੇ ਹਾਂ ਲੋਕਾਂ ਦਾ, ਤੇ ਜਿਸ ਦੀ ਫਿਰ ਸਾਨੂੰ ਸਜ਼ਾ ਮਿਲਦੀ ਹੈ। ਜਬ ਅਜ਼ਰਾਇਲ ਬਸਤਨੀ ਤਬ ਚੇਕਾਰੇ ਬੇਦਾਏ। ਵੀ ਜਦੋਂ ਫਿਰ ਤੈਨੂੰ ਆ ਕੇ ਹੁਣ ਤੂੰ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਪਾਉਂਦਾ ਜਿਹਨੇ ਤੈਨੂੰ ਸਭ ਕੁਛ ਦਿੱਤਾ ਹੈ, ਜਦ ਫਿਰ ਤੈਨੂੰ ਆ ਕੇ ਮੌਤ ਦਾ ਜਿਹੜਾ ਫਰਿਸ਼ਤਾ ਹੈ, ਅਜ਼ਰਾਇਲ ਹੈ, ਉਹ ਤੈਨੂੰ ਪਕੜ ਲਏਗਾ, ਫਿਰ ਤੂੰ ਕੀ ਕਰੇਗਾ? ਫਿਰ ਤੂੰ ਉਸ ਤੋਂ ਛੁੱਟ ਨਹੀਂ ਸਕਦਾ, ਕਿਉਂਕਿ ਉਸ ਤੋਂ ਛੁਡਾਉਣ ਵਾਲਾ ਤਾਂ ਤੈਨੂੰ ਇੱਕ ਪਰਮੇਸ਼ਰ ਹੈ। ਉਸ ਦੇ ਨਾਲ ਤੂੰ ਪ੍ਰੇਮ ਨਹੀਂ ਪਾਇਆ, ਉਸ ਨੂੰ ਜਾਣਿਆ ਨਹੀਂ, ਉਸ ਦੀ ਭਗਤੀ ਨਹੀਂ ਕੀਤੀ, ਫਿਰ ਤੂੰ ਕੀ ਕਰੇਗਾ? ਤੈਨੂੰ ਹੋਰ ਤਾਂ ਛੁਡਾ ਨਹੀਂ ਸਕਦਾ, ਨਾ ਭਰਾ ਛੁਡਾ ਸਕਦਾ ਹੈ, ਨਾ ਧਨ ਦੌਲਤ ਛੁਡਾ ਸਕਦੀ ਹੈ, ਕਿਉਂਕਿ ਇਹ ਤਾਂ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ। ਘਰ ਵੀ ਬਿਰਾਦਰਾ ਭਰਾ ਨੂੰ ਕਹਿ ਦਿੱਤਾ ਹੈ, ਇੱਥੇ ਦਾ ਧਨ ਦੌਲਤ ਦਰਬਾਰ ਜੋ ਵੀ ਹੈ, ਜਦ ਮੌਤ ਨੇ ਆਉਣਾ ਹੈ, ਉੱਥੇ ਸਾਨੂੰ ਕੋਈ ਨਹੀਂ ਛੁਡਾ ਸਕਦਾ। ਸਾਰੇ ਸਾਡਾ ਸੰਗ ਛੱਡ ਜਾਂਦੇ ਨੇ। ਸੰਗ ਸਖਾ ਸਬਦਾ ਚ ਗਇਓ ਕੋ ਨਾ ਨਿਵਿਓ ਸਾਥ। ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਜੇ ਸਾਡੀ ਸਹਾਇਤਾ ਕਰਨੀ ਤਾਂ ਉੱਥੇ ਪਰਮੇਸ਼ਰ ਨੇ ਕਰਨੀ ਹੈ, ਨਾਮ ਨੇ ਕਰਨੀ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਪਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਪਰ ਉਹ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਿਆ ਹੈ, ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਸਾਰੇ ਨੂੰ, ਉਸ ਨੂੰ ਆਪਾਂ ਨਹੀਂ ਜਾਣਿਆ, ਫਿਰ ਅਸੀਂ ਕੀ ਕਰਾਂਗੇ? ਕੌਣ ਛੁਡਾਏਗਾ ਸਾਨੂੰ? ਹਵਾਲ ਮਲੂਮ ਕਰਦੰ ਪਾਕ ਅੱਲਾ, ਭੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ। ਵੀ ਉਹ ਪਰਮੇਸ਼ਰ ਜਿਹੜਾ ਹੈ, ਉਹ ਉਸ ਨੂੰ ਮਾਲੂਮ ਹੈ, ਉਹ ਆਪ ਪਵਿੱਤਰ ਹੈ, ਸਾਨੂੰ ਵੀ ਪਵਿੱਤਰ ਕਰ ਸਕਦਾ ਹੈ, ਸਾਨੂੰ ਵੀ ਇਸ ਦੋਜਕ ਦੇ ਵਿੱਚੋਂ ਜਾਣ ਤੋਂ ਬਚਾ ਸਕਦਾ ਹੈ, ਸਾਨੂੰ ਵੀ ਜਿਹੜਾ ਇਹ ਮਨ ਕੋ ਕਰਮ ਕਰਦਾ ਹੈ, ਪੰਜਾਂ ਦਾ ਸੰਗੀ ਹੈ, ਉਸ ਤੋਂ ਬਚਾ ਸਕਦਾ ਹੈ। ਪਰ ਤਾਂ ਹੀ ਬਚਾਏਗਾ ਜੇ ਅਸੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ, ਅਰਦਾਸ ਕਰਾਂਗੇ,
संगत च जाके ज्ञान लवांगे, उस प्रभु की शरण दे विच जावांगे, फिर वो सानू पवित्र कर देंदा है। जिथे फिर मन इन्हां तो निर्लेप हो जाता है, जिथे मन फिर जिस कारज दे वास्ते उस कारज नू पूरा कर लेंदा है, दोजक तो बच जाता है तो मोक्ष नू प्राप्त करता है। पर तां ही करता है जे आपां उस प्रभु तो मंगांगे, उहदे चरनां दे विच अरदास करांगे। हवाल मलूम करदंग पाक अल्लाह, जे उसकी शरण में जावांगे, उसका ज्ञान लवांगे, फिर वो सानू पाक कर देंदा, क्योंकि आप पाक है। बोगो नानक अरदास पेश दरवेश बंदा, जो उस प्रभु की दरगाह दे विच पेश होवांगे, फिर वो सानू कदों होवांगे, जिहड़े बंदे उस घर विच जांदे ने, जिन्हां नूं उस घर दा भेत है, उन्हां दी संगत करके जदों प्रभु की शरण में जावांगे, फिर वो सानू पवित्र कर देंदा है, फिर सानू इस अपराधां तो बचा लेंदा है। किथे है वो? नौवें पातशाह सानू समझाउंदे ने, पतित उदाहरण भै हरण। ये जिहड़ा भै डर खत्म करना ते पतिता नूं उदाहरण वाला, पतित उदाहरण भै हरण, हर अनाथ के नाथ, अनाथां दा नाथ परमेश्वर हरि किथे है? महाराज कहंदे नाल ही रहिंदा है। कहो नानक ते जानी है, उन्होंने जानना आपां, सदा बस्त तुम साथ, भी किते दूर नहीं है, तेरे साथ ही रहिंदा है, सदा ही तेरा संगी है, पर तू उसनूं जानिया नहीं, उसनूं जानना है। वही पतिता नूं पवित्र करने वाला है, वही जिहड़ा है साडे भय नूं नाश करने वाला है, जमां दे भय खत्म कर देंदा है। वो अनाथां दा नाथ है। जदों सानू ये सोझी हो जाती कि इत्थे तो साडा, जिहनूं आपां समझ लैंदे, जिथे आपां कह देंदे इत्थे कोई बच्चा है, उसके माँ बाप की मौत हो जाती है, आपां कह देंदे अनाथ हो गया तन करके, लेकिन मन करके आपां परमेश्वर तो विछड़े हाँ, इस करके आपां अनाथ हाँ। फिर वो अनाथ जदों सानू सोझी आउंदी है, ज्ञान आउंदा कि असीं तां अनाथ हाँ, फिर असीं अनाथ, फिर असीं अपने पिता नूं लभदे हाँ, साडे नाल ही रहिंदा, क्योंकि सानू पहचान नहीं, इस करके असीं अनाथ हाँ। फिर अनाथां दा नाथ वो सदा ही साडे संग वसदा है, वो फिर सानू सवार लैंदा, साडा जीवन सफल कर देंदा है। अगला शब्द है फिर तिलंग घर दूजा महला पंजवां। तिलंग राग दे विच महले पंजवें दा शब्द है कर दूजा है। रहो पंक्तियां ने, सब ऊपर पार ब्रह्म दातार, तेरी टेक तेरा आधार। जदों सानू ज्ञान हो जाता है उस प्रभु का, फिर सानू पता चलता है कि परमेश्वर पार ब्रह्म निरंकार राम हरि अल्लाह गौड़, जिसके अनेका नाम ने, जो कि एक है, वही सब तो बड़ा है। क्योंकि अज आपां देखदे संसार दे विच पहला तां सानू रब दे नां ते ही लड़ाई जांदे सी कि साडा रब वड्डा है, मेरा रब वड्डा है। लेकिन जो अज दा समा है, क्योंकि लोग पढ़ लिख के इन्ना ज्ञान हो गया कि रब तां एक है, परमेश्वर तां एक है। हुण फिर कित्थे आ गए? हुण आ गए कि साडा रैबर वड्डा है, क्योंकि सानू तां लड़ाउणा है, उलझाउणा है, अपना व्यापार चलाउणा है। लोकां ने धर्म दे ठेकेदारां ने फिर वो सानू कित्थे ला के कि मेरा रैबर वड्डा है, साडा रैबर वड्डा है, साडा रैबर आखरी है। इत्थे आके पर जदों असीं बाणी नूं पढ़ांगे, क्योंकि पढ़ा लिखिया जमाना है अज, हर एक इंसान जो है पढ़ लिख जाता है, समझदा जाता है, ते जदों असीं पढ़ के देखांगे उत्थे ये भी साडे भुलेखे निकल जाणगे कि कौन वड्डा है, क्योंकि वो तो सारा ज्ञान ही परमेश्वर का है, जिसनों भी जनाया आप जनाया है।
फिर ये भी ਆਪਾਂ ਨੂੰ पता चल जाएगा विज्ञान भी सारा इको जिहा है। सब उसे परमेश्वर की उस्तत करते हैं क्योंकि परमेश्वर ही बड़ा है। परमेश्वर ने जिहा जा किसी को ज्ञान बख्शिश किया वह जा उसने उस परमेश्वर दे जिहड़ा संदेश सी उसनूं लोकां तक पहुँचाया है। जिहा जा उहदा हुक्म होया वह जा संदेश संसार नूं पहुँचाया है। इस करके सब तो उपर जे है तां परमेश्वर है, पार ब्रह्म है, वही दाता है सारियां दा, सबना जियां का एक दाता, एको ही दाता है। दद्दा दाता एक है, सबको देवन हार। वो सब तो उपर है। तेरी टेक तेरा आधार। जदों सानू ये ज्ञान हो जाता कि तू ही सब तो वड्डा है, फिर टेक उसे दी रखांगे जिहड़ा वड्डा है। इस करके हे प्रभु तू ही सब तो उपर है, तेरी ही सानू टेक है, तेरा ही सानू आधार है। ये रहो पंक्तियां ने। तुद बिन दूजा ना ही कोई, ते तो बिना दूजा नहीं कोई है। तू करतार करे सो होए, क्योंकि वही होना जो तू करता है। तेरे पाने तो बिना कुछ भी नहीं होना। कर्ण कारण एक परमेश्वर ही है। कर्ण कारण प्रभु एक है, दूसरा ना ही कोई। नानक तुझ बलिहार न जल थल महियल सोए। ते मेरा समझौता इको ही कर्ण कारण है, दूजा नहीं है। तो कित्थे वसदा है? जल विच भी, थल विच भी, महियल कोई जगह ही नहीं जिथे वो नहीं, क्योंकि हर थां ते मौजूद है। तेरा जोर तेरी मन टेक, मेरा आसरा मेरे मन नूं तेरी ही टेक है, तेरा ही आसरा है, तेरा ही मैं आगे ज्ञान देंदा हाँ। सदा सदा जप नानक एक। इस करके असी सदा ही एक परमेश्वर नूं जपदा है। नानक सदा ही किस नूं जपदा है? उस परमेश्वर नूं, एक नूं, एक दी सिफत सलाह करदा, एक दे गुण गाउंदा है, क्योंकि वो सब तो उल्टा है। ते सानू भी कहा है कि आपां भी सब ने उसे दी टेक रखनी है। तिस साहिब की टेक नानक मनै माहे, जिस सिमरत सुख होए सगले दुख जाहे। तू है तू होवनहार, अगम आगाध ऊंच अपार। हे प्रभु तू अगम है, तू आगाध है, तू अपार है, तू ही सब तो ऊंचा है। तू है भी है ते सदा होने वाला भी। तू अज भी है, अगे नू भी, क्योंकि विनाशी है। अज भी सच है, पिछों भी सच सी जुगां तो, अज भी है ते अगे नू भी रहने वाला है। आद सच जुगाद सच है भी सच, नानक होसी भी सच। तू है भी, तू होवनहार भी है। तू ही बड़ा है, तू ही अगम है, तू ही अगाध है, तू ही ऊंचा है, तू ही अपार है। जो तुद सेवै तिन पौ दुख ना है। हे प्रभु जो तेरी सेवा करता है उसनू डर नहीं है, उसनू दुख नहीं है। केड़ा दुख? जेड़ा जन्म मरण दा दुख है, जमा दा डर, पै विछोड़े दा दुख, ते उसनू नहीं है जेड़ा तेरी सेवा करता है। सेवा पर किसती करनी होंदी है? जे प्रभु दी दरगाह च मान लेना है आपां ने, तां आप उसदी सेवा करनी है जेड़ा अपने आप तो पैदा होया है, जिसनू किसी ने थापिया नहीं, जो किसी दा कीता नहीं होया। जिसनू आपां पढ़दे हां, थापिया ना जाए, कीता ना होए, आपे आप निरंजन सोए, जिन सेव्या तिन पाया मान। ऐसे प्रभु दी जिहड़ा सेवा करदा उसनू मान मिलदा है। उसनू दुख नहीं, उसनू भौ नहीं, उसनू डर नहीं है। गुर प्रसाद नानक गुण गाहे। गुर दी किरपा सदका फिर उस परमेश्वर दे गुण गाउंदे। सतगुर समझाउंदे ने कि उहदे गुण कदों गाए जांदे ने? गुर प्रभु गुर दा ज्ञान बख्शिश करदा है, खजाना बख्शिश करदा है, फिर जीव उसदे गुण गाउंदा है।
जिन सेव्या तिन पाया मान, नानक गाविया गुणी निधान। क्योंकि प्रभु गुणा का खजाना देंदा, फिर उहदे गुणा नूं गाउंदा है, उसकी सिफ सलाह करदा है। जो दिसै सो तेरा रूप। फिर जो भी संसार दे विच है, जो भी दिसदा है, दृष्टमान भी उसे दा रूप है, लेकिन जिहड़ा दृष्टमान है ये अविनाशी नहीं है, ये नासवान है। अविनाशी प्रकाश रूप है, ये इसका साकार रूप है, ते आप परमेश्वर निरंकार रूप है। जिहड़ा साकार रूप है, जिहड़ा दृष्टमान है, ये उस परमेश्वर की छाया की तरह है। जिवें आपां हुंदे हां, एक इंसान है, जिवें साडा शरीर है, फिर एक साडे शरीर की छाया है, परछाई है। आप देखते हाँ, जे सूरज चढ़दे पासे चढ़दा है पूरब तो, साडी परछाई पश्चिम वाले पासे हुंदी है, ते दोपहर नूं तकरीबन साडी परछाई साडे समाई जाती है, ते उस तो बाद जदों सूरज पश्चिम वाले पासे जांदा, साडी परछाई पूरब वाले पासे चले जाती है। इदां ही ये संसार जिहड़ा है परमेश्वर की एक परछाई है, जिहड़ा घटदा वधदा है, पर है उसे तो पैदा होया, इस करके है उसे दा रूप। ये वे संसार तुम देखते, ये हर का रूप है। गुण निधान गोबिंद अनूप। जदों ये मालक प्रगट हो जाता है, वो अनूप रूप सानू दर्शन हो जाते ने, अपने रूप दे भी ते परमेश्वर दे भी। जदों मालक फिर ये गुणा का खजाना बख्शिश कर देंदा है, फिर सारिਆਂ 'ਚ आप बसदा नजर आता है। ये हरि का रूप सानू नजर आना शुरू हो जाता है। सिमर 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 जन सोए, नानक कर्म प्राप्त होए। कहते फिर वो जन उस प्रभु नूं सिमरदा है, सारिਆਂ 'ਚ उसनूं देखता है, फिर ऐसे जन नूं कर्म प्राप्त होता है। फिर कर्म दे विच परमेश्वर लाउंदा है, फिर उसके नाम के बारे वो आखते ने, जिन्हों कर्म च लाउंदा है, जिन्हों अपनी सेवा दे विच लाउंदा है। सेवक को सेवा बन आई, हुक्म बूझ परम पद पाई, इसके उपर नहीं विचार जाके मन बसया निरंकार। हृदय च बस जाता है, फिर कर्म चलाउंदा है, फिर वो कर्म करता है। जिन जपया तिसको बलिहार। फिर वो जीव जपदा है उस प्रभु दे बारे, उहदे गुण गाउंदा है, जिसनूं कर्म दे विच लाउंदा है। मर्जी कहंदे फिर उस तो असीं बलिहारे जाइए, तिसका संग तरै संसार। उस जन का संग करके संसार तर सकदा है, क्योंकि उहदे हिरदे दे विच आ वस जांदा है। उहनूं फिर आप उस तो आप अपना नाम जपाउंदा है, वो फिर उहदे नाम नूं जपदा है। फिर ऐसे जनां दा संग करके असीं इस संसार सागर तो उधर सकते हाँ, इस संसार सागर तो पार जा सकते हाँ। कहो नानक प्रभु लोचा पूरा, संत जना की बाछो तो। ते समझाउंदे ने सतगुरु जी कि फिर प्रभु तो आपां की मंगना हुंदा है कि हे प्रभु साडी भी ऐसी लोचा जो इच्छा है मन दी पूरी कर। केड़ी इच्छा? कि जेड़े ऐसे तेरे संत ने जिन्हां दा देखण ब्रह्म है, जिन्हां नूं तू अपनी सिफ सलाह बख्शिश कीती है, जिन्हां नूं तू कर्म चलाया है, ऐसे जनां दे बचन सानू भी प्राप्त हो जाण। संतां दी तूरी क्या है? बचन ज्ञान, जो गुर दा ज्ञान है, जो प्रभु दे गुण गाउंदे हन, उन्हां तो गुण सीखना है। प्रभु दी भगती दा गुण लैना है, जुगत सीखनी हुंदी है। ज्ञान दा सुरमा नेत्रां च पा के उस प्रभु नूं जानन दा ज्ञान लैके कमा के दर्शन करने हुंदे हन। अगला शब्द समा हो गया अपना। आओ आपां हुण अभ्यास करिए।
कल नूं विचारांगे अगे। आओ प्रेम पाउणा है, ज्ञान लैके आपां ते आउणा है ते सावधान रहना है। आपां पंजां दा संग नहीं करना। इस खेल दे विच आपां इन्हां नूं जितना है। कर्म भी करना है, धर्म भी करना है ते नाल नाल परमेश्वर नूं अपना अंग संग देखते रहना है। उहदा ओट आसरा लैके आपां पंजां नूं जितना है, ताकि अपनी बाजी नूं असीं जित जाइए। उस प्रभु नूं असीं पाइए, उस प्रभु नूं प्यारे होइए जो एक खेल सानू समझाई है। कर्म धर्म तुम चौपड़ साजो, सत करो तुम सारी, काम क्रोध लोभ मोह जीतो, ऐसी खेल हर प्यारी। आओ किवें पहला आपां उस नूं जाणांगे, फिर उसका ओट आसरा लवांगे, उस नाल प्रेम पावांगे, सदा उस नूं अंग संग देखांगे। फिर उहदे ओट आसरे दे नाल ही आपां इन्हां नूं जित सकदे हां। कि है जो मन साडा दो दृष्टि होण करके सिर्फ संसार नूं देखदा है, निरंकार नूं नहीं देखदा। इस नूं आपां एक दृष्ट करके देखांगे ते फिर सानू इत्थे ही वो रूप भी दिसना शुरू हो जाएगा जिहड़ा परमेश्वर दा रूप है, जिहड़ा आगाध बोध है। आपां पहला ये समझना हुंदा, पहला ये पहचान करनी हुंदी है कि असीं एक दृष्ट हाँ कि दो दृष्ट हाँ। क्योंकि जे आपां समझ लईए इस मार्ग ते चलदियां समा नहीं लगदा सानू। हाँ हो सकदा सानू समझ ना लगी होवे चंगी तरह कोई गल, जां सानू पूर्ण विश्वास ना बनिया होवे। नहीं तां इस ऐ कर करे सो ऐ कर पाए, ये खेल है जिहड़ा एक पासे ज्ञान लईए मन सौंप दईए ते दूजे पासे प्रभु दे नाम नूं पा लईए। पहला नाम प्रगट हो जाएगा, नाम नूं त्याग के ते प्रभु दा मिलाप हो जाता है। क्योंकि बहुत सौखा है मार्ग है, बस इस दे विच की है कि सानू अपनी मत छड्डनी पैंदी है, अपना ज्ञान। क्योंकि मत छड्डनी थोड़ी औखी है अपनी। मन की मत त्यागो हर जन, यह बात कठिनी, यह औखा है। कोई ना कोई परम आ जाता है, वही साडे मार्ग दे विच रुकावट बनता है। ज्ञान ही साडे मार्ग दे विच रोड़े बन जाता है, रुकावट बन जाता है। आओ आपां समझिए कि सानू किवें पता चलता है कि असीं एक दृष्ट हाँ कि दो दृष्ट हाँ। अपनी दृष्टि नूं दोनों नेत्रां नूं इस पॉइंट ते आपां टिकाउणा है। इत्थे अपनी दृष्टि फोकस करके देखना हुंदा है इस तरीके नाल। इत्थे देखण नाल जे नक नज़र आउंदा है सानू, फिर आपां दो दृष्टि च हाँ। जे नक नहीं दिसदा एक दृष्ट हाँ। फिर जे नक दिसदा फिर आपां ये देखना हुंदा किस पासों दिसदा है सानू। ते सानू अपने ध्यान दा पता चलदा कि साडा ध्यान किस पासे ज्यादा है। क्योंकि वखरे वखरे किसी जीव का ध्यान सज्जे ज्यादा हुंदा है, उसनूं अपना नक सज्जे पासों दिसदा है। किसी जीव का ध्यान खब्बे पासे ज्यादा हुंदा, उसनूं अपना नक खब्बे पासों दिसदा है। किसी जीव का ध्यान विचाले हुंदा, ना ज्यादा सज्जे ना खब्बे, उसनूं अपना नक दोनों पासों दिसदा है। जो जीव एक दृष्ट होएगा उसनूं नक नज़र नहीं आएगा। तो जदों असीं गुर ते ज्ञान लैके ते आउणा शुरू करांगे, फिर ये नक सानू जिहड़ा है क्रिस्टल की तरह चमकना शुरू कर देंदा है, ट्रांसपेरेंट दिसना शुरू हो जाता है। जिवें शीशा चमकदा है इदां सानू अपना नक चमकना शुरू हो जाता है। जोत प्रगट हो जाती साडी सुखमना, उसनूं पहचान के सानू पहचान होती है। सो आपां करना की है, पहले इस पॉइंट ते आपां देखांगे ये देखांगे कि नक दिसदा जां नहीं दिसदा। जे दिसदा किस पासों दिसदा, सज्जे खब्बे
ਜਾਂ ਦੋਨੋਂ ਪਾਸੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕ ਦਾਂਗੇ। ਇੱਧਰ ਤੋਂ ਇੱਧਰ ਨੂੰ ਚੱਲਣਾ ਸਾਹਮਣੇ। ਫਿਰ ਮੈਂ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ ਦੇਖਾਂਗੇ। ਫਿਰ ਜਦੋਂ ਕਹਾਂਗਾ ਨੱਕ ਤੇ, ਫਿਰ ਇਸ ਪੁਆਇੰਟ ਤੇ ਸਮ ਕਰਕੇ ਦੇਖਾਂਗੇ। ਫਿਰ ਦੇਖਾਂਗੇ ਜੇ ਕਿਸੇ ਨੂੰ ਨੱਕ ਦਿਸਦਾ ਪਹਿਲਾਂ, ਧਿਆਨ ਲਾਉਣ ਤੋਂ ਬਾਅਦ ਦੇਖਾਂਗੇ ਕਿ ਨੱਕ ਦਿਸਣੋਂ ਹਟ ਗਿਆ। ਇਸ ਪਾਸੇ ਸਾਨੂੰ ਇੱਕ ਹਲਕਾ ਜਿਹਾ ਪਰਛਾਈ ਨਜ਼ਰ ਆ ਸਕਦੀ ਪਹਿਲਾਂ ਤੇ ਆਉਣ ਦੇ ਨਾਲ ਫਿਰ ਪ੍ਰਕਾਸ਼ ਹੋ ਜਾਣਾ ਹੁੰਦਾ, ਕਿਉਂਕਿ ਇਸ ਪਾਸੇ ਆਪਣੀ ਸੁਖਮਨਾ ਪ੍ਰਗਟ ਹੋਣੀ ਹੈ। ਤੇ ਉਸ ਸੁਖਮਨਾ ਨੂੰ ਆਪਾਂ ਪਹਿਚਾਣ ਕੇ ਹੀ ਇੱਥੇ ਸਾਨੂੰ ਪ੍ਰਕਾਸ਼ ਦੀ ਪਹਿਚਾਣ ਹੁੰਦੀ ਹੈ। ਆਓ ਹੁਣ ਆਪਾਂ ਆਪਣੀ ਦ੍ਰਿਸ਼ਟੀ ਨੂੰ ਨੱਕ ਤੇ ਸਮ ਕਰਕੇ ਦੇਖੀਏ ਆਪਣੇ ਆਪ ਨੂੰ ਕਿ ਕਿਸ ਅਵਸਥਾ 'ਚ ਹਾਂ। ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ 'ਚ ਹਾਂ। ਜੇ ਦੋ ਦ੍ਰਿਸ਼ਟੀ 'ਚ ਹਾਂ, ਸੱਜੇ ਧਿਆਨ ਹੈ, ਖੱਬੇ ਹੈ ਜਾਂ ਦੋਨੋਂ ਪਾਸੇ ਹੈ। ਆਓ ਸਾਰੇ ਦੇਖੀਏ। सामने लेके आइए, ध्यान सामने देखिए। मस्तक दे सामने ले जो पलका उत्ते चुक दो। फिर सामने ले आइए, ध्यान सामने देखिए। फिर नक ते सम करके देखिए अपने आप ਨੂੰ। ਹੁਣ ਇਹ ਦੇਖਣਾ ਹੈ ਜੇ ਕਿਸੇ ਨੂੰ ਨੱਕ ਦਿਸਦਾ ਸੀ ਪਹਿਲਾਂ ਕਿ ਹੁਣ ਦਿਸਣੋਂ ਹਟ ਗਿਆ, ਕਿ ਜਦੋਂ ਇੱਕ ਦ੍ਰਿਸ਼ਟ ਹੋ ਜਾਾਂਗੇ ਸਾਨੂੰ ਆਪਣਾ ਨੱਕ ਨਹੀਂ ਦਿਸੇਗਾ। ਜਦ ਤੱਕ ਨੱਕ ਦਿਸਦਾ ਹੈ ਆਪਾਂ ਨੂੰ ਅੱਗੇ ਅਨੁਭਵ ਨਹੀਂ ਹੋਏਗਾ, ਪ੍ਰਕਾਸ਼ ਨਹੀਂ ਅਨੁਭਵ ਹੋਏਗਾ। ਜਦ ਤੱਕ ਅਸੀਂ ਇੱਕ ਦ੍ਰਿਸ਼ਟ ਨਹੀਂ ਹੁੰਦੇ ਸਾਨੂੰ ਅੱਗੇ ਜਾ ਕੇ ਪ੍ਰਕਾਸ਼ ਨਹੀਂ ਹੋਏਗਾ। और ध्यान नीचे ले जो। जे अगे साधु नहीं चल होंदा कोई तो साडे मन दे विच शंका आउंदा है, नहीं इस मार्ग दे उत्ते कोई रुकावट नहीं है, किते सानू कोई शंका आ जांदा फिर ही आपां उस मार्ग ते नहीं चल सकदे। रुकावट आउंदी अगे चलण नूं, विश्वास दे नाल चलो ते अगे चलांगे। आओ प्यार नाल नीचे ध्यान ला के देखिए। जो भी थले कपड़ा वगैरह विषय है उस तो थोड़ा ऊपर आप ध्यान लाउण दी कोशिश करांगे, देखण दी कोशिश करांगे। इत्थे सानू प्रकाश अनुभव होना शुरू होएगा। इत्थे ही सानू इहदा अनुभव होएगा जिवें सरोवर दे विच पानी दी लहरां हुंदियां, इदां सानू एक हलचल प्रकाश की अनुभव होनी शुरू हो जाती है। एक चिलमिल चिलमिल सानू कपड़े दे उत्ते अनुभव होनी शुरू हो जाती है, जिसनू आपां देखी जाना है।
जे कोई रुकावट आउंदी ਆਪਾਂ ਇਸ ਮਾਰਗ ਤੇ ਚੱਲਦੇ, ਜਿਵੇਂ ਸੁਮੀਤ ਸਿੰਘ ਜੀ ਨੇ ਨੰਬਰ ਦਿੱਤੇ ਨੇ, ਆਪਾਂ ਨੰਬਰ ਤੇ ਤੁਸੀਂ ਫੋਨ ਕਰਕੇ ਵੀ ਗੱਲ ਕਰ ਸਕਦੇ ਹੋ। ਉੱਥੇ ਆਪਾਂ ਹੋਰ ਸਮਝ ਸਕਦੇ ਹਾਂ ਜੇ ਕੋਈ ਰੁਕਾਵਟ ਆਉਂਦੀ ਹੈ ਚੰਗੀ ਤਰ੍ਹਾਂ। ਇਸ ਕਰਕੇ फ़ोन नंबर ਦਿੱਤੇ ਨੇ ਆਪਾਂ ਇਸ ਪੇਜ ਦੇ ਉੱਤੇ, ਤੁਸੀਂ फ़ोन ਕਰਕੇ ਵੀ ਗੱਲ ਕਰ ਸਕਦੇ ਹੋ। क्योंकि पूछना होता है, जो कोई रुकावट आप पूछना होता है, आगे क्या जाना नहीं मैं भूला तू समझाए, भी मैंने दसो अगे किमें चलना, फिर चलिया जाता है। फिर अपने आप को देखिए, सम करके दृष्टि सम करके अपने आप को देखिए। फिर नीचे ले जो ध्यान,
सामने लेके आइए ध्यान, सामने देखिए। बिल्कुल रिलैक्स, पूरा ध्यान ढिला छड्ड देना हुंदा। जिन्ना भी आप बैठे कमरे दे विच, पूरे कमरे दे जिन्ना तुसीं ध्यान नूं ढिला छड्डी जाओगे उन्ना ही साडा ध्यान फैलेगा, मौलेगा, उन्ना ही साडा ध्यान सानू प्रकाश ज़्यादा वधिया अनुभव होएगा। मस्तक दे सामने लै जो, पलकां उत्ते चुक दो। फिर सामने लेके आइए ध्यान। नीचे ले जाइए ध्यान।
और दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल जदों आपां विश्वास दे नाल करांगे, ज़्यादातर जिहड़े पहलां आपां 2 पॉइंट करने ने, एक नक ते एक नीचे वार वार, उदों तक आपां ये करी जाना हुंदा जिन्नी देर तक सानूं अपना नक ट्रांसपेरेंट नहीं दिसना शुरू हो जाता। जदों बिल्कुल ये शीशे तरह क्रिस्टल की तरह सानूं दिसना शुरू हो जाएगा, फिर आपां ध्यान नूं सामने लैके जाना है। फिर अपन सारे पासे क्रिस्टल की तरह ही चमक अनुभव होनी शुरू होएगी। सो इस तरीके दे नाल फिर सानूं वो रंग चलेगा मुख ते, साडा मुख भी बिल्कुल क्रिस्टल की तरह जिवें ट्रांसपेरेंट आपां नूं अनुभव होएगा। सो प्यारिओ, इन्नी क विचार करदे हां बहुत सारियां भुल्लां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।